ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਤੋਂ ਪ੍ਰਾਪਤ ਹੁੰਦੀ ਹੈ ਉਨੀ ਕੁ ਵਿਚਾਰ ਸਾਂਝੀ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ ਜਿਸ ਦੀ ਆਪਾਂ ਵਿਚਾਰ ਕਰਾਂਗੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਤਾਂ ਫਿਰ ਕੋਈ ਵੀ ਉਸ ਦਾ ਅੰਤ ਨਹੀਂ ਜਾਣ ਸਕਦਾ, ਕਿਉਂਕਿ ਪਿੱਛੇ ਜੋ ਵਿਚਾਰ ਆਈ ਸੀ ਕਿ ਅੰਤ ਨ ਸਿਫਤੀ ਕਹਿਣ ਨਾ ਅੰਤਲੀ, ਤੇ ਅੰਤ ਨ ਜਾਪੈ ਕੀਤਾ ਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਸੋ ਪਾਤਸ਼ਾਹ ਕਹਿੰਦੇ ਇਹ ਅੰਤ ਨਾ ਜਾਣੈ ਕੋਈ, ਵੀ ਕੋਈ ਵੀ ਅੰਤ ਨਹੀਂ ਜਾਣ ਸਕਦਾ। ਤਾਂ ਹੀ ਤਾਂ ਕਈਆਂ ਨੇ ਆਖ ਦਿੱਤਾ, ਪੁਰਾਣੇ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕਿ ਜੇ ਰੱਬ ਹੈ ਤਾਂ ਦਿਖਾਓ ਕਿੱਥੇ, ਤੇ ਜੇ ਰੱਬ ਨਹੀਂ ਹੈ ਉਹਨਾਂ ਨੇ ਆਖ ਦਿੱਤਾ ਵੀ ਤੁਸੀਂ ਵੀ ਦਿਖਾਓ। ਸੋ ਅੱਜ ਵੀ ਇਸ ਤਰ੍ਹਾਂ ਦਾ ਜੋ ਵਾਦ ਵਿਵਾਦ ਚੱਲਦਾ ਹੈ, ਹਰ ਚੱਲਦਾ ਰਹੇਗਾ। ਸੋ ਕਈ ਆਖਦੇ ਹਨ ਕਿ ਰੱਬ ਹੈ, ਤੇ ਜਿਹੜੇ ਹਾਂ ਕਹਿੰਦੇ ਹਨ ਕਿ ਰੱਬ ਹੈ ਉਹ ਵੀ ਤਸੱਲੀ ਨਹੀਂ ਕਰਵਾਉਂਦੇ, ਤੇ ਨਾ ਹੀ ਨਾ ਕਹਿਣ ਵਾਲੇ ਤਸੱਲੀ ਕਰਵਾਉਂਦੇ। ਉਹ ਕਹੀ ਜਾਂਦੇ ਹੈ ਕਿ ਰੱਬ ਹੈ ਨਹੀਂ। ਸੋ ਜਿੰਨੇ ਵੀ ਪੁਰਾਣੇ ਗ੍ਰੰਥ ਨੇ ਉਹਨਾਂ ਵਿੱਚ ਵੀ ਬ੍ਰਹਮਾ, ਵਿਸ਼ਨ ਤੇ ਸ਼ਿਵ ਜੀ ਨੂੰ ਰੱਬ ਮੰਨਿਆ। ਸੋ ਹਰ ਇੱਕ ਨੇ ਕਿਸੇ ਨਾ ਕਿਸੇ ਵਿਅਕਤੀ ਨੂੰ ਰੱਬ ਮੰਨਿਆ, ਤੇ ਤਾਂ ਹੀ ਫਿਰ ਤਸੱਲੀ ਨਹੀਂ ਹੋ ਰਹੀ। ਤੇ ਕਿਸੇ ਨੇ ਕਿਸੇ ਸ਼ਕਤੀ ਨੂੰ ਰੱਬ ਮੰਨਿਆ। ਇਸੇ ਕਰਕੇ ਸ਼ਕਤੀਆਂ ਦੀਆਂ ਗੱਲਾਂ ਚੱਲਦੀਆਂ ਨੇ ਕਿ ਫਲਾਣੇ ਕੋਲ ਬੜੀ ਸ਼ਕਤੀ ਹੈ, ਉਹ ਆਖਦਾ ਉਸ ਦੇ ਕੋਲ ਹੋਰ ਸ਼ਕਤੀ ਵੱਡੀ ਹੈ। ਸੋ ਕੋਈ ਆਖਦਾ ਕਿ ਆਤਮ ਹੈ ਜਿਹੜੀ ਉਹੀ ਰੱਬ ਹੈ, ਤੇ ਕਿਸੇ ਨੇ ਆਖਿਆ ਵੀ ਆਤਮਾ ਕੋਈ ਚੀਜ਼ ਹੀ ਨਹੀਂ। ਇਹ ਸਭ ਭਰਮ ਹੈ। ਇਸ ਤਰ੍ਹਾਂ ਮਾਇਆ ਦੇ ਖੋਜੀਆਂ ਦੀ ਗੱਲ ਹੈ। ਉਹ ਕਹਿੰਦੇ ਹਨ ਅਸੀਂ ਆਹ ਨਵਾਂ ਖੋਜ ਲਿਆ, ਫਿਰ ਹੋਰ ਕੁਝ ਪੈਦਾ ਹੋ ਜਾਂਦਾ। ਅਣੂ ਹੈ, ਪਰਮਾਣੂ ਹੈ, ਪ੍ਰੋਟੋਨ ਹੈ, ਇਲੈਕਟ੍ਰੋਨ ਕਾ ਨਿਊਟਰੋਨ ਹੈ, ਅੱਗੇ ਤੋਂ ਅੱਗੇ ਚਲੀ ਜਾ ਰਿਹਾ। ਸੋ ਤਸੱਲੀ ਕਿਸੇ ਦੀ ਵੀ ਨਹੀਂ ਹੋ ਰਹੀ। ਅੰਤ ਕਿਸੇ ਵੀ ਚੀਜ਼ ਦਾ ਨਹੀਂ ਹੋ ਰਿਹਾ। ਜਿਸ ਚੀਜ਼ ਦਾ ਅੰਤ ਨਹੀਂ ਹੋ ਰਿਹਾ ਉਸ ਦੇ ਲਈ ਤੁਸੀਂ ਪੱਕੇ ਤੌਰ ਤੇ ਕਿਵੇਂ ਕਹਿ ਸਕਦੇ ਹੋ ਇਹ ਚੀਜ਼ ਹੈ ਜਾਂ ਨਹੀਂ? ਨਾ ਹਾਂ ਕਹਿ ਸਕਦੇ ਆ, ਨਾ ਕਹਿ ਸਕਦੇ। ਹਰ ਕੋਈ ਆਪੋ ਆਪਣੇ ਵੱਲੋਂ ਜ਼ੋਰ ਲਾ ਰਿਹਾ, ਚਾਹੇ ਕੋਈ ਵਿਗਿਆਨੀ ਹੈ, ਚਾਹੇ ਕੋਈ ਧਿਆਨੀ ਹੈ। ਸੋ ਪਾਤਸ਼ਾਹ ਕਹਿੰਦੇ ਬਹੁਤਾ ਕਹੀਐ ਬਹੁਤਾ ਹੋਇਆ। ਬਹੁਤ ਹੈ ਹਜੇ ਵੀ ਪ੍ਰਿਥਵੀ ਦੇ ਉੱਪਰ, ਉਸ ਦਾ ਵੀ ਪੂਰਾ ਨਹੀਂ ਪਤਾ। ਪਾਤਸ਼ਾਹ ਕਹਿੰਦੇ ਚਲੋ ਉਹ ਵੀ ਛੱਡੋ, ਸਰੀਰ ਬਾਰੇ ਵੀ ਪੂਰੀ ਖੋਜ ਨਹੀਂ ਹੋ ਸਕਦੀ। ਜਿਹੜਾ ਸਾਡੇ ਕੋਲ ਬਾਹਰਲਾ ਸਰੀਰ ਹੈ, ਜੇ ਕੋਈ ਇਹਦੀ ਵੀ ਖੋਜ ਕਰਨ ਲੱਗ ਜਾਵੇ ਇਹਦੀ ਵੀ ਪੂਰੀ ਖੋਜ ਨਹੀਂ ਹੋ ਸਕਦੀ। ਸੋ ਇਹ ਬਚਨ ਕਹਿਣ ਦਾ ਭਾਵ
ਸਾਨੂੰ ਜਿਹੜੀ ਸੋਝੀ ਦਿੱਤੀ ਆ ਪਾਤਸ਼ਾਹ ਨੇ ਵੀ ਤੁਸੀਂ ਇਸ ਚੱਕਰ 'ਚ ਨਹੀਂ ਪੈਣਾ। ਇਹ ਅੰਤ ਨਾ ਜਾਣਾ ਕੋਈ ਵੀ, ਅੱਜ ਤੱਕ ਕੋਈ ਇਸ ਸ੍ਰਿਸ਼ਟੀ ਦਾ ਅੰਤ ਨਹੀਂ ਜਾਣ ਸਕਿਆ ਤੇ ਨਾ ਕੋਈ ਆਤਮਾ ਬਾਰੇ ਜਾਣ ਸਕਿਆ ਕਿ ਉਹਦਾ ਕੀ ਅੰਤ ਹੈ। ਆਤਮਾ ਕੀ ਹੈ ਇਹ ਗੁਰਮੁਖਾਂ ਨੇ ਜਾਣ ਲਿਆ, ਪਰ ਉਹਦਾ ਅੰਤ ਨਹੀਂ ਜਾਣਿਆ। ਬਹੁਤਾ ਕਹੀਏ ਬਹੁਤਾ ਹੋਏ। ਉਹ ਕਹਿੰਦੇ ਵੀ ਜਿੰਨਾ ਵੀ ਅਸੀਂ ਵਿਸਥਾਰ ਕਰਦੇ ਹਾਂ ਉਨੀ ਹੋਰ ਸੋਝੀ ਆਈ ਜਾਂਦੀ ਹੈ, ਉਨੀ ਹੋਰ ਸੋਝੀ ਆਈ ਜਾਂਦੀ ਹੈ। ਸਰੀਰਕ ਤੌਰ ਤੇ ਸਮਾਂ ਨਿਸ਼ਚਿਤ ਹੁੰਦਾ, ਸਰੀਰ ਛੱਡਣਾ ਪੈ ਜਾਂਦਾ, ਫਿਰ ਕਿਸੇ ਨੂੰ ਹੋਰ ਨੂੰ ਸੋਝੀ ਆ ਜਾਂਦੀ ਹੈ, ਉਹ ਆਪਦੇ ਵੱਲੋਂ ਦੱਸਦਾ ਹੈ। ਸੋ ਚੱਲਦਾ ਰਹਿੰਦਾ। ਪਾਤਸ਼ਾਹ ਕਹਿੰਦੇ ਬਹੁਤਾ ਕਹੀਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਮ। ਗੁਰੂ ਨਾਨਕ ਸਾਹਿਬ ਕਹਿੰਦੇ ਮਾਇਆ ਸ੍ਰਿਸ਼ਟੀ ਬਹੁਤ ਨੀਵੀਂ ਹੈ, ਪਰਮੇਸ਼ਰ ਮਾਇਆ ਤੋਂ ਬਾਹਰ ਹੈ, ਮਾਇਆ ਉਸ ਦੇ ਅੰਦਰ ਹੈ। ਭਵ ਸਾਗਰ ਸੁਖ ਸਾਗਰ ਮਾਹੀ, ਬਾਹਰ ਉੱਚ ਸਥਾਨ ਹੈ, ਅਸੀਂ ਵੀ ਉਸੇ ਦੀ ਅੰਸ਼ ਹਾਂ। ਸੋ ਮਾਇਆ ਵਿੱਚ ਫਸੇ ਹੋਏ ਆ। ਮਾਇਆ ਸੁਰਤ ਛੋਟੀ ਹੁੰਦੀ ਹੈ, ਕਿਉਂਕਿ ਮਾਇਆ ਪਰਮੇਸ਼ਰ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇੰਝ ਹੈ ਜਿਵੇਂ ਸਾਡੀ ਤਲੀ ਤੇ ਸਰੋਂ ਦਾ ਦਾਣਾ ਹੋਵੇ। ਜਿਵੇਂ ਪ੍ਰਮਾਣ ਹੈ ਮਾਇਆ ਚੋਂ ਹੀ ਦਿੱਤੇ ਜਾਂਦੇ ਆ ਕਿ ਸੂਰਜ ਨਾਲੋਂ ਕਿਰਨ ਛੋਟੀ ਹੁੰਦੀ ਹੈ, ਪਰ ਜਿੰਨੀ ਚਿਰ ਉਸ ਤੋਂ ਬਾਹਰ ਰਹਿੰਦੀ ਹੈ, ਜਿਹੜੀ ਸੂਰਜ ਚੋਂ ਕਿਰਨ ਨਿਕਲਦੀ ਹੈ ਉਹਨਾਂ ਚਿਰ ਉਹ ਕਿਰਨ ਹੈ, ਛੋਟੀ ਹੈ, ਜਿੰਨਾ ਚਿਰ ਉਹ ਬਾਹਰ ਨਿਕਲਦੀ ਹੈ। ਤੇ ਜਦੋਂ ਸੂਰਜ ਛਿਪ ਜਾਂਦਾ ਉਦੋਂ ਕਿਰਨ ਉਹਦੇ ਵਿੱਚ ਜਾ ਕੇ ਸਮਾ ਜਾਂਦੀ ਹੈ, ਫਿਰ ਉਹ ਕਿਰਨ ਨਹੀਂ ਹੁੰਦੀ, ਫਿਰ ਉਹ ਸੂਰਜ ਹੁੰਦਾ। ਇਸੇ ਤਰ੍ਹਾਂ ਹੀ ਸਾਡੀ ਜੋਤ ਹੈ, ਮਨ ਹੈ। ਜਦੋਂ ਮਨ ਬਾਹਰ ਮਾਇਆ ਵੱਲ ਨੂੰ ਵੇਖਦਾ ਉਦੋਂ ਇਹ ਛੋਟਾ ਹੈ, ਮਲੀਨ ਹੈ, ਮੈਲਾ ਹੈ, ਪਰ ਜਦੋਂ ਇਹ ਆਪਣੇ ਮੂਲ 'ਚ ਸਮਾ ਜਾਂਦਾ ਉਦੋਂ ਹੀ ਸ਼ੁੱਧ ਹੈ, ਸ੍ਰੇਸ਼ਟ ਹੈ। ਸੋ ਅਸੀਂ ਖੁਦ ਨੂੰ ਸਰੀਰ ਮੰਨਦੇ ਹਾਂ, ਇਹ ਮਾਇਆ। ਇਸ ਤੋਂ ਟੁੱਟ ਕੇ ਹੀ ਉੱਚੇ ਹੋ ਸਕਦੇ ਹਾਂ। ਅਸੀਂ ਆਕਾਸ਼ ਜੋ ਬਾਹਰ ਦੇਖਦੇ ਹਾਂ ਉਸ ਨੂੰ ਉੱਚਾ ਮੰਨਦੇ ਹਾਂ, ਪਤਾਲ ਨੂੰ ਨੀਵਾਂ ਮੰਨਦੇ ਹਾਂ। ਜਦੋਂ ਕਿ 12 ਘੰਟਿਆਂ ਬਾਅਦ ਆਕਾਸ਼ ਪਤਾਲ ਹੁੰਦਾ, ਪਤਾਲ ਆਕਾਸ਼ ਹੁੰਦਾ, ਕਿਉਂਕਿ ਧਰਤੀ ਘੁੰਮਦੀ ਹੈ। ਇਹ ਤਾਂ ਸਭ ਕੁਝ ਮਾਇਆ 'ਚ ਹੈ ਤੇ ਉਹ ਤਾਂ ਮਾਇਆ ਤੋਂ ਪਰੇ ਹੈ। ਇਸੇ ਕਰਕੇ ਉਹ ਉੱਚਾ ਹੈ, ਉਹ ਡੋਲਦਾ ਨਹੀਂ ਹੈ, ਉਹ ਥਿਰ ਹੈ। ਬਾਕੀ ਸਾਰੀ ਚੀਜ਼ਾਂ ਜਿਹੜੀਆਂ ਡੋਲਦੀਆਂ ਨੇ, ਜਿਵੇਂ ਪਹਾੜ ਸਭ ਤੋਂ ਉੱਚਾ ਹੈ, ਉਸ ਦੀ ਚੋਟੀ ਤੇ ਜੋ ਵੀ ਚੀਜ਼ ਰੱਖੋਗੇ ਉਹ ਵੱਡੀ ਉੱਚੀ ਹੋਵੇਗੀ। ਸੋ ਮਾਇਆ ਗਗਨ ਵਿੱਚ ਹੈ। ਕਬੀਰ ਸਾਹਿਬ ਨੇ ਉਦੋਂ ਕਿਹਾ ਜਦੋਂ ਮਾਇਆ ਨਾਲੋਂ ਟੁੱਟ ਗਏ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸ਼ਬਦ ਗੁਰੂ ਪ੍ਰਗਟ ਹੋ ਗਿਆ। ਦਮਾਮਾ ਤਾਂ ਸਦਾ ਹੀ ਵੱਜਦਾ ਰਹਿੰਦਾ, ਬਸ ਜਦੋਂ ਸੁਣਿਆ ਤੇ ਕਹਿ ਦਿੱਤਾ। ਬੋਲੀ 'ਚ ਹੀ ਫਰਕ ਹੁੰਦਾ। ਸੂਰਜ ਤਾਂ ਸਦਾ ਹੀ ਰਹਿੰਦਾ, ਜਦੋਂ ਦਿਖਾਈ ਦਿੰਦਾ ਤਾਂ ਕਹਿ ਦਿੰਦੇ ਆ ਸੂਰਜ ਚੜ੍ਹ ਗਿਆ, ਜਦੋਂ ਨਹੀਂ ਦਿਖਾਈ ਦਿੰਦਾ ਉਦੋਂ ਕਹਿੰਦੇ ਸੂਰਜ ਛਿਪ ਗਿਆ। ਸੂਰਜ ਤਾਂ ਹੁੰਦਾ ਹੀ ਹੈ। ਸੋ ਧਿਆਨ ਅੰਦਰ ਟਿਕਿਆ ਹੋਇਆ ਸੀ। ਘਟ ਦੇ ਅੰਦਰ ਤਾਂ ਸ਼ਬਦ ਪ੍ਰਗਟ ਹੋ ਗਿਆ। ਪਹਿਲਾਂ ਭੈ ਸੀ ਕਿ ਜੇ ਇੰਜ ਕਿਹਾ ਸੰਸਾਰ ਕੀ ਕਹੂ, ਕਿਉਂਕਿ ਸੰਸਾਰੀ ਫਿਕਰ ਸੀ। ਇਹਦਾ ਮਤਲਬ ਪੂਰੀ ਸੋਝੀ ਨਹੀਂ ਸੀ, ਕੁਝ ਸ਼ੰਕਾ ਸੀ। ਹੋਰ ਧਿਆਨ ਦਿੱਤਾ ਅੰਦਰ ਸ਼ਬਦ ਵਿਚਾਰ ਵਿੱਚ, ਗੁਰਬਾਣੀ ਨੂੰ ਬਰੀਕੀ ਨਾਲ ਵਿਚਾਰਿਆ, ਸਮਝਿਆ ਤੇ ਭਰੋਸਾ ਹੋ ਗਿਆ। ਬਸ ਫਿਰ ਨਹੀਂ ਸੋਚਿਆ ਕਿ ਹੁਣ ਸੰਸਾਰ ਕੀ ਕਹੂ।
ਜਿੰਨਾ ਚਿਰ ਪੂਰੀ ਸੋਝੀ ਨਹੀਂ ਹੈ ਉਨਾ ਚਿਰ ਸੰਸਾਰ ਦਾ ਫਿਕਰ ਹੈ, ਚਿੰਤਾ ਹੈ। ਪਰ ਜਦੋਂ ਪੂਰੀ ਸੋਝੀ ਆ ਜਾਂਦੀ ਹੈ ਫਿਰ ਸੰਸਾਰ ਸਾਰਾ ਝੂਠਾ ਲੱਗਦਾ, ਫਿਰ ਝੂਠ ਤੋਂ ਗੁਰਮੁਖ ਥੋੜ੍ਹਾ ਡਰਦਾ। ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ, ਫਿਰ ਸੱਚ ਹੀ ਰਹਿੰਦਾ। ਫਿਰ ਨਹੀਂ ਕਬੀਰ ਸਾਹਿਬ ਪਾਤਸ਼ਾਹ ਨੇ ਗੁਰਮੁਖਾਂ ਨੇ ਜਾਂ ਭਗਤ ਸਾਹਿਬਾਨਾਂ ਨੇ ਜਾਂ ਪਾਤਸ਼ਾਹੀਆਂ ਨੇ ਸੋਚਿਆ ਵੀ ਕਿਸੇ ਦੀ ਸ਼ਰਧਾ ਤੇ ਸੱਟ ਵੱਜੂ ਜਾਂ ਕਿਸੇ ਦੀ ਭਾਵਨਾ ਟੁੱਟ ਜੂ। ਬਸ ਪ੍ਰਗਟ ਹੋ ਗਿਆ ਸ਼ਬਦ ਗੁਰੂ। ਫਿਰ ਆਖਿਆ ਕਿ ਆਵੇ ਜੋ ਸੂਰਮਾ ਹੈ ਮੈਦਾਨ ਦੇ ਵਿੱਚ। ਦੇਖਦੇ ਆ ਕਿੰਨਾ ਕੁ ਜ਼ੋਰ ਹੈ ਬੁੱਧੀ ਦੇ ਵਿੱਚ। ਜਦੋਂ ਕਬੀਰ ਸਾਹਿਬ ਨੇ ਗੱਲ ਆਖੀ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਹੈ, ਕਿ ਮੈਂ ਨਹੀਂ ਮੰਨਦਾ ਕਿ ਬ੍ਰਾਹਮਣ ਗੁਰੂ ਹੈ। ਸੰਸਾਰ ਦੇ ਲੋਕ ਮੰਨਦੇ ਮੰਨਣ, ਪਰ ਮੈਂ ਨਹੀਂ ਮੰਨਦਾ। ਇਹਦਾ ਮਤਲਬ ਕਬੀਰ ਸਾਹਿਬ ਸੰਸਾਰ 'ਚ ਨਹੀਂ ਫਿਰ। ਤਾਂ ਹੀ ਉਹਨਾਂ ਨੇ ਸੰਸਾਰ ਨੂੰ ਚੈਲੰਜ ਕੀਤਾ ਕਿ ਸਾਰਾ ਜਗਤ ਮੰਨਦਾ ਇਹਨੂੰ ਗੁਰੂ, ਪਰ ਮੈਂ ਨਹੀਂ ਮੰਨਦਾ। ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਸੌਖੀ ਗੱਲ ਨਹੀਂ ਹੈ। ਹੁਣ ਜਿੰਨੇ ਵੀ ਉਸ ਵੇਲੇ ਧਰਮ ਦੇ ਲੋਕ ਸੀ ਉਹਦਾ ਸਾਰੇ ਬ੍ਰਾਹਮਣ ਨੂੰ ਗੁਰੂ ਮੰਨਦੇ ਸੀ, ਤੇ ਉਹਨਾਂ ਸਾਰਿਆਂ ਨੂੰ ਝੂਠੇ ਸਾਬਤ ਕਰ ਦੇਣਾ ਕਿ ਤੁਸੀਂ ਝੂਠੇ ਹੋ। ਖੁਦ ਉਸ ਗੁਰੂ ਨੂੰ ਝੂਠਾ ਕਰ ਦੇਣਾ ਵੀ ਤੂੰ ਗੁਰੂ ਕਹਾ ਰਿਹਾ। ਕਹਿੰਦੇ ਮੈਂ ਤਾਂ ਤੈਨੂੰ ਗੁਰਬ ਨਹੀਂ ਮੰਨਦਾ, ਭਾਵ ਕਿ ਤੈਨੂੰ ਤਾਂ ਆਪਣੇ ਆਪੇ ਦੀ ਵੀ ਸੋਝੀ ਨਹੀਂ, ਆਪਣੇ ਆਪ ਦਾ ਵੀ ਗਿਆਨ ਨਹੀਂ ਹੈ, ਤੂੰ ਗੁਰੂ ਕਹਾਈ ਜਾਂਦਾ। ਗੁਰੂ ਨੂੰ ਤਾਂ ਸਾਰੀ ਸ੍ਰਿਸ਼ਟੀ ਦਾ ਗਿਆਨ ਹੁੰਦਾ। ਅਸੀਂ ਵੀ ਅੱਜ ਹਰੇਕ ਨੂੰ ਹੀ ਗੁਰੂ ਕਹਿ ਦਿੰਦੇ। ਗੁਰੂ ਨਹੀਂ ਹੁੰਦਾ ਮਾਇਆ 'ਚ, ਗੁਰ ਹੁੰਦਾ। ਸਿੱਖਿਆ ਦੇਣ ਵਾਲੇ ਨੂੰ ਗੁਰ ਕਹਿੰਦੇ। ਗੁਰੂ ਉਸ ਨੂੰ ਕਹਿੰਦੇ ਜਿੱਥੋਂ ਸਿੱਖਿਆ ਆਉਂਦੀ ਹੈ। ਜੇ ਕੋਈ ਵਿਅਕਤੀ ਇੱਥੇ ਸਾਨੂੰ ਗੁਰ ਦਿੰਦਾ ਹੈ, ਉਹ ਸਿੱਖਿਆ ਦਿੰਦਾ ਹੈ, ਉਹ ਵੀ ਸਿੱਖਿਆ ਉਹਦੇ ਕੋਲ ਕਿਸੇ ਥਾਂ ਤੋਂ ਆਈ ਹੈ, ਉਹਦੀ ਆਪਣੇ ਵੱਲੋਂ ਤਾਂ ਪੈਦਾ ਨਹੀਂ ਕੀਤੀ ਹੋਈ ਚੀਜ਼। ਜਿਹਨੇ ਖੁਦ ਆਪਣੇ ਵਿੱਚੋਂ ਪੈਦਾ ਕੀਤੀ ਹੋਈ ਹੈ ਉਹ ਹੈ ਗੁਰੂ, ਉਹ ਹੈ ਪਰਮੇਸ਼ਰ, ਉਹ ਹੈ ਸ਼ਬਦ, ਉਹ ਹੈ ਹੁਕਮ, ਉਹ ਹੈ ਅਕਾਲ ਪੁਰਖ। ਜਿਹਦੇ ਥਰੂ ਆ ਰਹੀ ਹੈ ਉਹ ਹੈ ਗੁਰ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜ਼ਾਏ। ਕਿਸੇ ਤੋਂ ਹੋਇਆ, ਪਰ ਅਸੀਂ ਇਹਨਾਂ ਗੱਲਾਂ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਅਸੀਂ ਉਹੀ ਸਨਾਤਨ ਮੱਤ ਵਾਲੀ ਫਿਲਾਸਫੀ ਨੂੰ ਪੜ੍ਹਿਆ ਸੁਣਿਆ ਹੋਇਆ ਔਰ ਉਹਨੂੰ ਅਸੀਂ ਮੰਨਦੇ ਹਾਂ। ਕਿ ਮੈਂ ਨਹੀਂ ਮੰਨਦਾ ਬ੍ਰਾਹਮਣ ਨੂੰ ਕਿ ਗੁਰੂ ਸੰਸਾਰ ਮੰਨਦਾ ਹੋ। ਮੈਂ ਆਪਣਾ ਗੁਰ ਵੀ ਨਹੀਂ ਮੰਨਦਾ, ਭਾਵੇਂ ਇਹ ਤਾਂ ਮੇਰੇ ਗਿਆਨ ਬਰਾਬਰ ਵੀ ਨਹੀਂ, ਮੇਰੇ ਗੁਰੂ ਦੇ ਬਰਾਬਰ ਕਿੱਥੋਂ ਹੋਵੇਗਾ। ਕਬੀਰ ਸਾਹਿਬ ਕਹਿੰਦੇ ਜਿਹੜਾ ਗਿਆਨ ਮੇਰੇ ਹਿਰਦੇ 'ਚੋਂ ਪ੍ਰਗਟ ਹੋਇਆ ਉਹਦੇ ਬਰਾਬਰ ਵੀ ਨਹੀਂ ਹੈ, ਤੇ ਜਿੱਥੋਂ ਮੇਰੇ ਹਿਰਦੇ 'ਚ ਗਿਆਨ ਆਇਆ ਉਹਦੇ ਬਰਾਬਰ ਕਿੱਥੋਂ ਹੋ ਜਾਊਗਾ। ਸੋ ਮੇਰਾ ਗੁਰੂ ਕਬੀਰ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਹੈ, ਸ਼ਬਦ ਗੁਰੂ ਹੈ। ਮੈਂ ਨਹੀਂ ਮੰਨਦਾ ਕਿ ਕੋਈ ਬੰਦਾ ਵੀ ਗੁਰੂ ਹੋ ਸਕਦਾ ਹੈ। ਇਹ ਗੱਲ ਠੀਕ ਹੈ। ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਵੀ ਕੋਈ ਵੀ ਵਿਅਕਤੀ ਸੰਸਾਰ 'ਚ ਗੁਰੂ ਨਹੀਂ ਹੋ ਸਕਦਾ। ਉਹ ਗੁਰ ਹੋ ਸਕਦਾ ਹੈ। ਜਿਵੇਂ ਪਾਤਸ਼ਾਹੀਆਂ ਸੀ ਜਾਂ ਭਗਤ ਸਾਹਿਬਾਨ ਸੀ, ਉਹ ਗੁਰ ਸੀ। ਗੱਗੇ ਨੂੰ ਔਂਕੜ ਤੇ ਰਾਰੇ ਨੂੰ ਔਂਕੜ ਵਾਲੇ, ਕਿ ਜਿਨ੍ਹਾਂ ਨੇ ਉਸ ਗੁਰੂ ਨੂੰ ਜਾਣਿਆ। ਜਿਵੇਂ ਆਪਾਂ ਨੇ ਉਸ ਗੁਰ ਨੂੰ ਨਹੀਂ ਜਾਣਿਆ ਹੈਗਾ। ਆਪਾਂ ਹੈਗੇ ਗੱਗੇ ਨੂੰ ਔਂਕੜ ਰਾਰਾ। ਜਦੋਂ ਆਪਾਂ ਆਪਣੀ ਆਤਮਾ ਨੂੰ ਜਾਣ ਲਾਂਗੇ, ਆਪਣੇ ਮੂਲ ਨੂੰ ਪਛਾਣ ਲਾਂਗੇ, ਤਾਂ ਆਪਣੇ ਰਾਰੇ ਦੇ ਥੱਲੇ ਔਂਕੜ ਪੈ ਜੂਗੀ। ਆਪਣਾ ਕਨੈਕਟ ਸਿੱਧਾ ਸ਼ਬਦ ਗੁਰੂ ਨਾਲ ਹੋ ਜਾਊਗਾ। ਜਿੰਨਾ ਚਿਰ ਸ਼ਬਦ ਗੁਰੂ ਨਾਲ ਕਨੈਕਟ ਨਹੀਂ ਹੁੰਦਾ ਉਨਾ ਚਿਰ ਰਾਰੇ ਨੂੰ ਔਂਕੜ ਨਹੀਂ ਪੈਂਦੀ, ਉਨਾ ਚਿਰ ਸਪੋਰਟ ਨਹੀਂ ਮਿਲਦੀ। ਇਸੇ ਕਰਕੇ ਇਹ ਮੇਰੇ ਮਨਾਂ ਤੋਂ ਡੋਲਦਾ। ਜਿੰਨਾ ਚਿਰ
ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀਆਂ, ਉਹਨਾਂ ਚਿਰ ਦੋਨੇ ਹੀ ਡੋਲਦੇ ਰਹਿਣਗੇ। ਆਤਮਾ ਵੀ ਡੋਲਦੀ ਰਹੂ, ਪ੍ਰਾਤਮਾ ਵੀ ਡੋਲਦੀ ਰਹੂ। ਭਾਵੇਂ ਪ੍ਰਾਤਮਾ ਨੂੰ ਸ਼ਬਦ ਸੁਣਦਾ ਹੈ, ਪਰ ਉਹ ਡੋਲਦੀ ਹੈ, ਕਿਉਂਕਿ ਉਹਦੇ ਕੋਲ ਪੂਰੀ ਸੋਚ ਹੀ ਨਹੀਂ ਹੈ, ਉਹਦਾ ਮਨ ਨਹੀਂ ਮੰਨਦਾ। ਜਦੋਂ ਉਹਦਾ ਖੁਦ ਦਾ ਮਨ ਮੰਨੂਗਾ, ਇੱਕ ਹੋਊਗਾ, ਫੇਰ ਗੱਲ ਬਣਨੀ ਹੈ, ਫੇਰ ਸਿੱਧਾ ਕਨੈਕਟਡ ਹੈ। ਸੋ ਗੁਰਬਾਣੀ 'ਚ ਬਹੁਤ ਕੁਝ ਐਸਾ ਲਿਖਿਆ ਹੋਇਆ ਹੈ ਕਿ ਜਿਹਦੀ ਵਿਆਖਿਆ ਵੀ ਕਿਸੇ ਨੇ ਛੇਤੀ ਨਹੀਂ ਕੀਤੀ। ਔਰ ਅੱਜ ਸਾਡੇ ਪ੍ਰਚਾਰਕ ਵੀ ਉਹਨਾਂ ਗੱਲਾਂ ਦੀ ਵਿਆਖਿਆ ਕਰਨ ਤੋਂ ਡਰਦੇ ਆ ਕਿ ਜੇ ਗੱਲਾਂ ਕਹਿਤੀਆਂ ਸੰਗਤ ਫਿਰ ਟੁੱਟ ਜੂਗੀ, ਕਿਸੇ ਦਾ ਦਿਲ ਟੁੱਟ ਜੂਗਾ, ਕਿਸੇ ਦੀ ਭਾਵਨਾ ਦੇ ਸੱਟ ਵੱਜੂਗੀ। ਪਰ ਗੁਰਬਾਣੀ 'ਚ ਤਾਂ ਗੱਲਾਂ ਕਹੀਆਂ ਗਈਆਂ। ਗੁਰਬਾਣੀ 'ਚ ਜਿਹੜੋਂ ਪੁਰਖਾਂ ਨੇ ਗੁਰਬਾਣੀ ਬੋਲੀ ਹੈ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕਿਸੇ ਤੇ ਕੀ ਬੀਤੂਗੀ। ਅਸੀਂ ਉਦੋਂ ਦੇਖਦੇ ਹਾਂ ਵੀ ਕਿਸੇ ਤੇ ਕੀ ਬੀਤੂਗੀ, ਕਿਉਂਕਿ ਅਸੀਂ ਕਿਸੇ ਨਾਲ ਜੁੜੇ ਹੋਏ ਹਾਂ। ਜਿਵੇਂ ਇੱਕ ਮਾਂ ਹੈ, ਉਹ ਆਪਣੇ ਬੱਚੇ ਨੂੰ ਕੁੱਟਣ ਲੱਗੀ 100 ਵਾਰੀ ਸੋਚੂਗੀ ਵੀ ਮੇਰਾ ਬੱਚਾ ਇਹਦੇ ਸੱਟ ਨਾ ਵੱਜੇ। ਪਰ ਜਦੋਂ ਉਹੀ ਮਾਂ ਕਿਸੇ ਸ਼ਰੀਕ ਦੇ ਜਵਾਕ ਨੂੰ ਕੁੱਟਣ ਦੀ ਗੱਲ ਆ ਜਾਵੇ ਤਾਂ ਕਦੇ ਨਹੀਂ ਦੇਖਦੀ, ਫੱਟ ਥੱਪੜ ਮਾਰ ਦੂਗੀ, ਫੱਟ ਉਹਨੂੰ ਕੁੱਟ ਦੂਗੀ, ਫੱਟ ਉਹਨੂੰ ਮਾੜਾ ਬੋਲ ਦੂਗੀ। ਆਪਣੇ ਬੱਚੇ ਲਈ ਬਹੁਤ ਕੁਝ ਸੋਚੂਗੀ। ਇਸੇ ਤਰ੍ਹਾਂ ਭਗਤ ਸਾਹਿਬਾਨ ਨੇ, ਉਹਨਾਂ ਨੇ ਸੰਸਾਰ ਦੇ ਵਿੱਚ ਕਿਸੇ ਨੂੰ ਆਪਣਾ ਦੇਖਿਆ ਹੀ ਨਹੀਂ। ਉਹਨਾਂ ਨੇ ਜਿੰਨੀ ਖੋਟ ਦੇਖੀ ਕਿਸੇ ਦੀ, ਉਨੀ ਖੋਟ ਤੇ ਅਟੈਕ ਕੀਤਾ ਵੀ ਤੇਰੇ 'ਚ ਕਮੀ ਹੈ। ਚਾਹੇ ਉਹਨਾਂ ਦੇ ਸੰਸਾਰੀ ਤੌਰ ਤੇ ਘਰ 'ਚ ਹੀ ਕੋਈ ਨਾ ਕੋਈ ਉਹਨਾਂ ਦਾ ਹੋਵੇ, ਚਾਹੇ ਉਹਨਾਂ ਦਾ ਮੁੰਡਾ ਹੋਵੇ, ਧੀ ਹੋਵੇ, ਪਤਨੀ ਹੋਵੇ, ਕੋਈ ਵੀ ਮੈਂਬਰ ਆਇਆ ਉਹਨਾਂ ਦੇ ਸੰਸਾਰੀ ਤੌਰ ਤੇ ਘਰ 'ਚ, ਤਾਂ ਉਹਨਾਂ ਤੇ ਵੀ ਉਹਨਾਂ ਨੇ ਅਟੈਕ ਕੀਤਾ ਵੀ ਤੁਸੀਂ ਇਹ ਗਲਤ ਹੋ। ਇਹੀ ਨਿਸ਼ਾਨੀ ਹੁੰਦੀ ਹੈ। ਨਹੀਂ ਤਾਂ ਸੰਸਾਰੀ ਜਿਹੜੇ ਅੱਜ ਧਾਰਮਿਕ ਲੋਕ ਵੀ ਨੇ, ਉਹ ਆਪਣੇ ਪਰਿਵਾਰ ਨੂੰ ਤਾਂ ਬਚਾਉਂਦੇ ਆ ਕਿਸੇ ਤਰੀਕੇ, ਪਰ ਗੁਰਮੁਖ ਨਹੀਂ ਬਚਾਉਂਦਾ, ਕਿਉਂਕਿ ਗੁਰਮੁਖ ਨੂੰ ਅਸਲੀ ਪਰਿਵਾਰ ਦਾ ਪਤਾ ਹੁੰਦਾ ਵੀ ਮੇਰਾ ਅਸਲੀ ਪਰਿਵਾਰ ਕਿਹੜਾ। ਉਹ ਹੁਕਮ ਦੇਖਦਾ ਵੀ ਪਿੱਛੋਂ ਹੁਕਮ ਕੀ ਹੈ, ਬਸ ਅੱਗੇ ਕਿਵੇਂ ਹਾਲਾਤ ਬਣਦੇ ਆ ਉਹ ਜਾਣਨ ਜਿਹੜੇ ਬਣਨੇ ਆ, ਉਹ ਵੀ ਦੇਖੀ ਜਾਊ। ਜਦੋਂ ਪਾਤਸ਼ਾਹ ਨੇ ਇਹ ਗੱਲ ਆਖੀ ਹੋਊਗੀ ਕਿ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ, ਕਹਿੰਦੇ ਉਸ ਗੁਰੂ ਦੀ ਮਾਨ ਮੁੰਨ ਦੇਣੀ ਚਾਹੀਦੀ ਹੈ ਜਿਹੜੇ ਗੁਰੂ ਤੋਂ ਭਰਮ ਹੀ ਨਹੀਂ ਜਾਂਦਾ। ਕਹਿੰਦੇ ਪੰਡਤ ਨੂੰ, ਬ੍ਰਾਹਮਣ ਨੂੰ ਕਹਿੰਦੇ ਵੀ ਤੂੰ ਗੁਰੂ ਹੈ, ਤੂੰ ਮੇਰਾ ਭਰਮ ਦੂਰ ਕਰਕੇ ਰੱਖ, ਜਾਂ ਤੇਰੇ ਜਿੰਨੇ ਵੀ ਸੰਗੀ ਸਾਥੀ ਚੇਲੇ ਚਾਟੜੇ ਹੈਗੇ, ਤੂੰ ਇਹਨਾਂ ਦਾ ਦੱਸ ਦੇਖ ਵੀ ਭਰਮ ਦੂਰ ਹੋ ਗਿਆ। ਜੇ ਉਹਨਾਂ ਦਾ ਭਰਮ ਹੀ ਨਹੀਂ ਗਿਆ, ਫਿਰ ਤੂੰ ਗੁਰੂ ਹੋਣ ਦਾ ਕੀ ਪ੍ਰਤਾਪ ਹੈ ਤੇਰਾ। ਜੇ ਸੂਰਜ ਚੜ੍ਹੇ ਤੇ ਹਨੇਰਾ ਹੀ ਨਹੀਂ ਗਿਆ, ਫਿਰ ਸੂਰਜ ਚੜ੍ਹੇ ਦਾ ਕੀ ਪ੍ਰਤਾਪ। ਸਿੰਘ ਸਰਨ ਜੋ ਜਾਈਐ ਤਾਂ ਜੰਬਕ ਕਰਸ ਹੈ। ਕਹਿੰਦੇ ਸ਼ੇਰ ਦੀ ਸਰਨ ਵਿੱਚ ਬੈਠ ਕੇ ਵੀ ਜੇ ਗਿੱਦੜ ਤੋਂ ਡਰ ਲੱਗਦਾ, ਫਿਰ ਉਹ ਸ਼ੇਰ ਨਹੀਂ ਹੈ, ਫਿਰ ਕੋਈ ਕਮੀ ਹੈ। ਮਾਏ ਮੁੰਡੋ ਕਹਿੰਦੇ ਉਸ ਗੁਰੂ ਦੀ ਮੱਤ ਨੂੰ ਛੱਡ ਦੇਣਾ ਚਾਹੀਦਾ। ਮਾਏ ਹੁੰਦੀ ਹੈ ਮੱਤ, ਉਸ ਮੱਤ ਨੂੰ ਜੜ ਚੋਂ ਹੀ ਬਾਹਰ ਕੱਟ ਦਿਓ। ਜਾ ਤੇ ਭਰਮ ਨਾ ਜਾਏ, ਜੀ ਤੋਂ ਭਰਮ ਹੀ ਨਹੀਂ ਜਾਂਦਾ। ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਛੱਡ ਦੋ ਉਹ ਮੱਤ ਨੂੰ, ਆਪਣਾ ਸਵਾਰਨਾ। ਜੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਜਾ ਰਿਹਾ, ਤਾਂ ਉਹ ਚੀਜ਼, ਉਸ ਸੁਗਿਆਨ ਨੂੰ ਛੱਡ ਦੇਣਾ ਚਾਹੀਦਾ। ਕਦੇ ਵੀ ਨਹੀਂ ਉਹ ਲੈਣਾ ਚਾਹੀਦਾ ਗਿਆਨ। ਉਹ ਗਿਆਨ ਲਵੋ ਜਿਹੜਾ ਗਿਆਨ ਤੁਹਾਡੇ ਮਨ ਨੂੰ ਹੌਲਾ ਕਰੇ, ਤੁਹਾਡੇ ਅੰਦਰੋਂ ਭਰਮ ਖਤਮ ਕਰੇ, ਵਾਸ਼ਨਾਵਾਂ ਖਤਮ ਕਰੇ, ਵਿਕਾਰ ਖਤਮ ਕਰੇ, ਤੁਹਾਨੂੰ ਘੜੇ, ਤੁਹਾਨੂੰ ਸ਼ੁੱਧ ਬਣਾਵੇ। ਇਹ ਤਾਂ ਸਵੈਮ ਹਰ ਇੱਕ ਨੂੰ ਆਪਣੀ ਸੋਝੀ ਆਪ ਤਾਂ ਹੈਗੀ ਹੋਈ ਹੈ, ਮੰਨੇ ਕੋਈ ਭਾਵੇਂ ਨਾ ਮੰਨੇ, ਉਹ ਗੱਲ ਵੱਖਰੀ ਹੈ। ਸੋ ਕਿੰਨਾ ਕਰੜਾ ਹੈ ਸੱਚ, ਕਿੰਨੇ ਜ਼ੋਰ ਨਾਲ ਉਸ ਵੇਲੇ ਕਿਹਾ ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਿਆਈ, ਓਏ ਲੈ ਜਾਰੇ ਓਏ ਲੈ ਗਾਡੇ, ਦੋਹੋਂ ਨਹਿਗਤ ਪਾਏ। ਕਿੱਡੀ ਵੱਡੀ ਗੱਲ ਹੈ, ਕੋਈ ਸੌਖਾ ਨਹੀਂ ਮੂੰਹੋਂ ਸ਼ਬਦ ਕਹਿ ਦੇਣਾ। ਇੱਕ ਪੰਡਤ ਜੋ ਬੁੱਤ ਦੀ ਪੂਜਾ ਕਰਦਾ, ਮੂਰਤੀ ਦੀ ਪੂਜਾ ਕਰਦਾ, ਉਹਦੇ ਸਾਹਮਣੇ ਜਾ ਕੇ ਕਹਿ ਦੇਣਾ
ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਮਰ ਗਏ ਕਹਿੰਦੇ ਤੁਸੀਂ, ਮਰ ਮਰ ਗਏ ਜਿਨੀ ਰਾਮ ਨਾ ਜਾਣਿਆ। ਕਹਿੰਦੇ ਉਹ ਸਾਰੇ ਮਰ ਗਏ ਜਿਨ੍ਹਾਂ ਨੇ ਰਾਮ ਨਹੀਂ ਜਾਣਿਆ। ਇਹਦਾ ਮਤਲਬ ਜਿਹਨੇ ਰਾਮ ਨੂੰ ਜਾਣਿਆ ਉਹ ਮਰਦਾ ਨਹੀਂ ਹੈ। ਰਾਮ ਨੂੰ ਜਾਣਨ ਦੀ ਗੱਲ ਲਿਖੀ ਹੈ ਪਾਤਸ਼ਾਹ ਨੇ, ਇਹਦਾ ਮਤਲਬ ਜਪਣ ਦੀ ਗੱਲ ਹੁੰਦੀ, ਜਪਣ ਦਾ ਭਾਵ ਹੀ ਜਾਣਨਾ ਹੈ। ਗੁਰਬਾਣੀ ਨੂੰ ਹੀ ਅਰਥਾਉਂਦੀ ਚਲੇ ਜਾਂਦੀ ਹੈ, ਪਰ ਅਸੀਂ ਉਹਨਾਂ ਗੱਲਾਂ ਨੂੰ ਨਹੀਂ ਮੰਨ ਸਕਦੇ ਕਿਉਂਕਿ ਅਸੀਂ ਪਹਿਲਾਂ ਸੁਣੇ ਹੀ ਕੁਛ ਹੋਰ ਹੋਇਆ। ਅਸੀਂ ਉਸੇ ਭਰਮ 'ਚ ਜ਼ਿੰਦਗੀ ਦਾ ਜ਼ਰੂਰ ਕੱਟਣੀ ਚਾਹੁੰਦੇ ਹਾਂ, ਬਾਹਰ ਨਹੀਂ ਨਿਕਲਣਾ ਚਾਹੁੰਦੇ। ਉਹ ਜਦੋਂ ਕਿਤੇ ਬਹਿੰਦੇ ਉਦੋਂ ਕਹਿੰਦੇ ਜ਼ਰੂਰ ਆ ਵੀ ਬਣਿਆ ਤਾਂ ਕੁਛ ਹੈ ਨਹੀਂ, ਕਿਰਪਾ ਹੋਈ ਤਾਂ ਹੈ ਨਹੀਂ, ਚਲੋ ਹੁਣ ਲੱਗੇ ਹੋਏ ਆ, ਹੁਣ ਕੀ ਕਰਾਂਗੇ, ਜੇ ਹੁਣ ਪਿੱਛੇ ਹਟੇ ਫਿਰ ਲੋਕ ਕੀ ਕਹਿਣਗੇ, ਚੱਲਣ ਦਿਓ। ਸੋ ਅਸੀਂ ਤਾਂ ਆਪਣੀ ਜ਼ਿੰਦਗੀ ਨਾਲ ਆਪ ਹੀ ਸਮਝੌਤਾ ਕਰੀ ਜਾਂਦੇ, ਜਦ ਕਿ ਇਹ ਨਹੀਂ ਦੇਖਦੇ ਕਿ ਮਨਾ ਜੀਵਨ ਬਹੁਤ ਥੋੜਾ ਹੈ। ਸੋ ਕਿੰਨਾ ਕਰੜਾ ਸੱਚ ਹੈ। ਕੀ ਕਹਿ ਰਹੀ ਹੈ? ਜੇ ਹੁਣ ਇੰਨੇ ਔਖੇ ਬੋਲ ਬੋਲੇ ਹੋਏ ਕਿ ਇਹਦੀ ਸ਼ਰਧਾ ਨਹੀਂ ਟੁੱਟੂ, ਕਿ ਇਹਦੀ ਭਾਵਨਾ ਨਹੀਂ ਟੁੱਟੂ, ਪਰ ਪਾਤਸ਼ਾਹੀਆਂ ਨੇ ਵਾ ਭਗਤ ਸਾਹਿਬਾਨਾਂ ਨੇ ਵਾ ਗੁਰਮੁਖਾਂ ਨੇ ਕਿਸੇ ਦੀ ਸ਼ਰਧਾ ਭਾਵਨਾ ਵੱਲ ਨਹੀਂ ਦੇਖਿਆ। ਉਹਨਾਂ ਨੇ ਦੇਖਿਆ ਹੁਕਮ ਵੱਲ, ਉਹਦੀ ਰਜ਼ਾ ਵੱਲ, ਉਹਦੇ ਭਾਣੇ ਵੱਲ ਕਿ ਇਹ ਕੀ ਹੈ। ਬਸ ਜੀ ਇਹ ਕੁਛ ਉਹ ਆਖਦੇ ਕਿ ਇਹਨਾਂ ਦੀ ਸ਼ਰਧਾ ਭਾਵਨਾ ਨਾ ਟੁੱਟੇ, ਆਪਾਂ ਉਹੀ ਗੱਲ ਕਰੀ ਜਿਹੜੀ ਸੰਗਤ ਨੂੰ ਚੰਗੀ ਲੱਗੇ, ਤਾਂ ਫਿਰ ਤਾਂ ਪਾਤਸ਼ਾਹੀਆਂ ਵੀ ਆਪਣੇ ਵਰਗੇ ਹੀ ਸੀ, ਕਿਉਂਕਿ ਉਹਨਾਂ ਨੂੰ ਸਾਰਾ ਪਤਾ ਵੀ ਅਸਲੀ ਸੰਗਤ ਕਿਹੜੀ ਹੁੰਦੀ ਹੈ। ਜਿਹੜੀ ਸੰਗਤ ਹੁੰਦੀ ਹੈ ਉਹਦੀ ਕਦੇ ਵੀ ਭਾਵਨਾ ਨਹੀਂ ਟੁੱਟ ਸਕਦੀ। ਜਿਹੜੀ ਸੰਗਤ ਹੈ ਦਰਗਾਹ 'ਚੋਂ ਪ੍ਰਵਾਨਿਤ, ਉਸ ਸੰਗੀ ਦੀ ਕਦੇ ਭਾਵਨਾ ਨਹੀਂ ਟੁੱਟਦੀ। ਜਿਹੜਾ ਦਰਗਾਹ 'ਚੋਂ ਪ੍ਰਵਾਨਿਤ ਸੰਗੀ ਹੈ, ਹਾਂ ਸੰਸਾਰੀ ਸੰਗੀਆਂ ਦੀ ਟੁੱਟਦੀ ਹੈ, ਸੰਸਾਰੀ ਸੰਗਤ ਦੀ ਸ਼ਰਧਾ ਟੁੱਟਦੀ ਹੈ, ਹਿਰਦਾ ਬਲੂੰਦਰ ਹੁੰਦਾ, ਪਰ ਨਿਰਾਕਾਰੀਆਂ ਦਾ ਨਹੀਂ ਹੁੰਦਾ, ਕਿਉਂਕਿ ਨਿਰਾਕਾਰੀ ਦਾ ਪਤਾ ਹੁੰਦਾ ਵੀ ਅਸਲੀ ਸੰਗਤ ਕੀ ਹੁੰਦੀ ਹੈ। ਜਿਹਦੇ ਕੋਲ ਅਸਲੀ ਖਜ਼ਾਨਾ, ਜੇ ਹੀਰਿਆਂ ਦਾ ਜਿਹੜਾ ਜੌਹਰੀ ਹੈ, ਜੇ ਉਹਦੇ ਕੋਲ ਹੀਰੇ ਪਿਆ, ਬਾਹਰ ਕੱਚ ਟੁੱਟਦਾ ਹੋਵੇ, ਕੋਈ ਕੱਚ ਤੋੜੇ ਤਾਂ ਉਹਨੂੰ ਥੋੜ੍ਹਾ ਫਿਕਰ ਹੁੰਦਾ, ਉਹ ਕਹਿੰਦਾ ਤਾਂ ਕੱਚ ਹੈ। ਹੀਰੇ ਨੂੰ ਕੋਈ ਤੋੜੇ ਫਿਰ ਉਹਨੂੰ ਤਕਲੀਫ ਹੋਊਗੀ। ਸੰਤਨ ਦੁੱਖ ਪਾਏ ਤੇ ਦੁਖੀ, ਫਿਰ ਦੁੱਖ ਜ਼ਰੂਰ ਹੁੰਦਾ ਕਿ ਜਦੋਂ ਸੰਤਨ ਕੋਈ ਮਾਇਆ 'ਚ ਨੂੰ ਜਾਂਦਾ। ਜਦੋਂ ਕੋਈ ਸੰਤ ਬਣ ਕੇ ਮਾਇਆ ਦੀ ਇੱਛਾ ਕਰਦਾ, ਫਿਰ ਸੱਚਖੰਡ ਵਾਲੇ ਨੂੰ ਜ਼ਰੂਰ ਤਕਲੀਫ ਹੁੰਦੀ ਹੈ। ਤੇ ਜਿਹੜਾ ਹੈ ਹੀ ਆ ਸੰਤ, ਜਿਹੜਾ ਹੈ ਹੀ ਝੂਠਾ, ਝੂਠ ਦੀ ਗੱਲ ਕਰੇ, ਉਹਦੀ ਕੋਈ ਥੋੜ੍ਹਾ ਤਕਲੀਫ ਹੈ। ਇੱਕ ਬੰਦਾ ਸੱਚ ਬੋਲੇ 100-200 ਵਾਰੀ, ਲੋਕ ਉਹਦੀ ਮਿਸਾਲ ਦਿੰਦੇ ਵੀ ਫਲਾਨਾ ਬੰਦਾ ਸੱਚ ਬੋਲਦਾ, ਤੇ ਜੇ ਉਹ ਕਿਤੇ ਝੂਠ ਬੋਲ ਦੇਵੇ, ਉਹਦਾ ਲੱਗ ਜਾਵੇ ਪਤਾ ਵੀ ਇਹ ਬੰਦੇ ਨੇ ਝੂਠ ਬੋਲਿਆ, ਫਿਰ ਅੱਲਾ ਬਹੁਤ ਲਾਹਨਤ ਪਾਉਂਦਾ ਵੀ ਯਾਰ ਤੂੰ ਤਾਂ ਸੱਚਾ ਸੁੱਚਾ ਪਾਉਂਦਾ, ਤੂੰ ਕਿਉਂ ਝੂਠ ਬੋਲਿਆ। ਦੂਜੇ ਤਾਂ ਝੂਠੇ ਹੈਗੇ ਹੀ ਹੈਗੇ, ਪਰ ਤੂੰ ਨਾ ਝੂਠ ਬੋਲ। ਉਦੋਂ ਫਰਕ ਪੈਂਦਾ। ਸੋ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੂੰ ਅਸਲੀਅਤ ਦਾ ਪਤਾ ਹੁੰਦਾ ਹੈ। ਉਹਨਾਂ ਨੇ, ਗੁਰਬਾਣੀ ਨੇ ਵੀ ਇਹੀ ਗੱਲ ਦੀ ਸਾਨੂੰ ਸੋਝੀ ਕਰਾਈ ਹੈ, ਗੁਰਮੁਖਾਂ ਨੇ ਸੋਝੀ ਕਰਾਈ ਹੈ ਵੀ ਆਹ ਸ਼ਰਧਾ ਹੁੰਦੀ ਆ, ਆਹ ਭਾਵਨਾ ਹੁੰਦੀ ਹੈ, ਤੁਸੀਂ ਇਹਨੂੰ ਮੰਨੋ। ਸੋ ਮਨ ਨੂੰ ਮਾਇਆ ਚੋਂ ਬਾਹਰ ਕੱਢਣਾ ਹੀ ਸ਼ਰਧਾ ਹੁੰਦੀ ਹੈ। ਸ਼ਰਧਾ ਕਿਸੇ ਚੀਜ਼ ਨੂੰ ਚੱਕ ਕੇ ਬਾਹਰ ਲੈ ਜਾਣਾ, ਸ਼ਰ੍ਹਾ ਤੋਂ ਬਾਹਰ ਕਰ ਦੇਣਾ, ਲੋਕਾਂ ਦੀ ਬਣਾਈ ਹੋਈ ਮਿੱਤ ਤੋਂ ਪਰੇ ਲੈ ਜਾਣਾ, ਆਪਣੀਆਂ ਬਣਾਈਆਂ ਹੋਈਆਂ ਮਿੱਤ ਤੋਂ ਆਪਣੇ ਆਪ ਨੂੰ ਪਰੇ ਲੈ ਜਾਣਾ ਸ਼ਰਧਾ ਹੈ। ਜਿਵੇਂ ਤੀਸਰੇ ਪਾਤਸ਼ਾਹ ਕਹਿੰਦੇ, ਦੁਤੀਆ ਤਿਆਗੈ ਲੋਕਾਂ ਰੀਤ। ਜਿਹੜੀ ਸੰਸਾਰ ਨੇ ਲੋਕਾਂ ਦੀ ਰੀਤ ਬਣਾਈ ਹੈ ਉਹ ਤਿਆਗ ਦੇਵੇ, ਉਹ ਸ਼ਰਧਾ ਹੈ। ਮਾਇਆ ਤੋਂ ਬਾਹਰ ਨਿਕਲੇ ਮਨ ਨੂੰ ਮਿਲੂ ਨਾਮ ਤਤ ਗਿਆਨ, ਇਹ ਹੈ ਭਾਵਨਾ। ਭਾਵ ਨਾ ਉਹ ਤਤ, ਉਹ ਭਾਵ, ਉਹ ਗਿਆਨ ਜਿਹੜਾ ਕਦੇ ਖਤਮ ਹੋਵੇ ਹੀ ਨਾ। ਜਿਵੇਂ ਆਪਾਂ ਨਹੀਂ ਕਹਿੰਦੇ ਵੀ ਮੋਰਲ, ਵੀ ਇਹਦਾ ਕੀ ਭਾਵ ਹੈ, ਇਹਦਾ ਕੀ ਸਿੱਟਾ ਹੈ, ਉਹਨੇ ਸਾਰਾ ਸਿੱਟਾ ਕੱਢ ਲਿਆ, ਨਿਚੋੜ ਕੱਢ ਲਿਆ। ਭਾਵਨਾ ਦਾ ਭਾਵ ਹੁੰਦਾ ਨਿਚੋੜ। ਗੁਰਮੁਖਾਂ ਕੋਲ ਹਰ ਇੱਕ ਗੱਲ ਦਾ ਨਿਚੋੜ ਹੈ, ਉਹ ਸਿੱਟਾ। ਜਿਹੜੀ ਦਰਗਾਹ 'ਚੋਂ ਪ੍ਰਵਾਨਿਤ ਭਾਵਨਾ, ਸਾਡੀ ਭਾਵਨਾ ਹੋਰ ਨੇ,
ਇਸੇ ਕਰਕੇ ਸਾਡੀ ਭਾਵਨਾ ਟੁੱਟ ਜਾਂਦੀ ਹੈ, ਕਿਉਂਕਿ ਕੱਚੀ ਹੁੰਦੀ ਹੈ। ਗੁਰਮੁਖਾਂ ਦੀ ਭਾਵਨਾ ਤਾਂ ਟੁੱਟਦੀ ਨਹੀਂ, ਭਾਵੇਂ ਆਰੇ ਥੱਲੇ ਬੈਠੇ ਹੋਣ, ਉਹ ਨਹੀਂ ਬਦਲਦੇ, ਕਿਉਂਕਿ ਅਸਲੀ ਭਾਵਨਾ ਉਹਨਾਂ ਕੋਲ ਹੈ। ਸੋ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਹੁਣ ਇਹਨੂੰ ਐਂ ਪੜਾਂਗੇ ਕਿ ਸਤਿਗੁਰ ਹੋਏ ਦਿਆਲ ਤਾਂ, ਵੀ ਸਤਿਗੁਰੂ ਦਿਆਲ ਤਾਂ ਹੋਊਗਾ ਜੇ ਸ਼ਰਧਾ ਪੂਰੀ ਹੈ, ਕਿ ਜਾਂ ਐਂ ਪੜਾਂਗੇ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਤਾਂ, ਸਤਿਗੁਰ ਨੇ ਦਿਆਲ ਹੋਣਾ ਹੀ ਉਦੋਂ ਹੈ। ਖੁਸ਼ ਸਤਿਗੁਰ ਉਦੋਂ ਹੁੰਦਾ ਹੈ ਜਦੋਂ ਸ਼ਰਧਾ ਪੂਰੀ ਹੈ, ਜਦੋਂ ਸਾਡੇ ਕੋਲ ਪੂਰੀ ਸੋਝੀ ਹੁੰਦੀ ਹੈ ਕਿ ਅਸੀਂ ਮਨ ਮਾਇਆ ਚੋਂ ਬਾਹਰ ਕੱਢਣਾ। ਮਾਂ ਬਾਪ ਉਦੋਂ ਖੁਸ਼ ਹੁੰਦੇ ਆ ਜਦੋਂ ਬੱਚਾ ਉਹਨਾਂ ਦੇ ਆਖੇ ਲੱਗੇ, ਜਦੋਂ ਉਹਨਾਂ ਦੀ ਗੱਲ ਮੰਨੇ। ਸਤਿਗੁਰ ਸਾਡਾ ਮੂਲ ਹੈ, ਸਾਡਾ ਪਿਓ ਹੈ। ਉਹ ਸਾਡੇ ਤੇ ਤਾਂ ਖੁਸ਼ ਹੁੰਦਾ ਜਦੋਂ ਸਾਡਾ ਮਨ, ਸਤਿਗੁਰ ਦਾ ਮਨ ਖੁਸ਼ ਹੋਵੇ। ਤੇ ਉਹਨਾਂ ਚਿਰ ਖੁਸ਼ ਨਹੀਂ ਹੁੰਦਾ। ਔਗਣ ਛੱਡੇ, ਔਗਣ ਛੱਡੇ ਤੇ ਹੀ ਸਤਿਗੁਰ ਖੁਸ਼ ਹੁੰਦਾ ਹੈ, ਉਹਨਾਂ ਚਿਰ ਉਹ ਖੁਸ਼ ਨਹੀਂ ਹੁੰਦਾ। ਸੋ ਪਾਤਸ਼ਾਹ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕਹਿੰਦੇ ਵੱਡਾ ਸਾਹਿਬ ਹੈ, ਸਾਰਿਆਂ ਨਾਲੋਂ ਜਿਹੜਾ ਸ੍ਰੇਸ਼ਟ ਹੈ ਸੰਸਾਰ ਦੇ ਅੰਦਰ, ਉਹ ਹੁਕਮ ਹੀ ਹੈ, ਉਹ ਸਾਹਿਬ ਹੀ ਹੈ ਜਿਹੜਾ ਇੱਕ ਹੋ ਗਿਆ। ਉੱਚਾ ਥਾਓ, ਉਹਦਾ ਥਾਂ ਵੀ ਸਾਰਿਆਂ ਨਾਲੋਂ ਉੱਚਾ ਹੈ। ਉਹ ਮਾਇਆ ਤੋਂ ਉੱਪਰ ਹੈ, ਉਹਦਾ ਥਾਂ ਮਾਇਆ 'ਚ ਨਹੀਂ ਹੈ, ਉਹ ਮਾਇਆ ਤੋਂ ਉੱਪਰ ਚੱਲਦਾ, ਮਾਇਆ ਨੂੰ ਕੰਟਰੋਲ ਕਰਕੇ ਰੱਖਦਾ। ਉੱਚੇ ਉੱਪਰ ਉੱਚਾ ਨਾ ਹੋ। ਜਿੰਨੇ ਸੰਸਾਰ ਵਿੱਚ ਸਾਰੇ ਆਪਣੇ ਆਪ ਨੂੰ ਉੱਚੇ ਕਹਾਉਂਦੇ ਆ ਵੀ ਅਸੀਂ ਉੱਚੇ ਹਾਂ ਜੀ, ਕੋਈ ਥਾਂ ਨੂੰ ਉੱਚਾ ਮੰਨਦਾ, ਕੋਈ ਕਿਸੇ ਵਿਅਕਤੀ ਨੂੰ ਉੱਚਾ ਮੰਨਦਾ, ਕੋਈ ਕਿਸੇ ਦਰਖਤ ਨੂੰ ਉੱਚਾ ਮੰਨਦਾ, ਕੋਈ ਪਹਾੜ ਨੂੰ ਉੱਚਾ ਮੰਨਦਾ, ਕੋਈ ਦਰਿਆਵਾਂ ਨੂੰ ਉੱਚੇ ਮੰਨਦਾ, ਕੋਈ ਕਿਸੇ ਚੀਜ਼ ਨੂੰ ਉੱਚਾ ਮੰਨਦਾ। ਉੱਚੇ ਉੱਪਰ ਉੱਚਾ ਨਾ ਹੋ। ਪਾਤਸ਼ਾਹ ਕਹਿੰਦੇ ਉਹਨਾਂ ਨਾਲੋਂ ਤਾਂ ਉੱਚਾ ਉਹਦਾ ਹੁਕਮ ਹੈ। ਸਾਰੇ ਪਹਾੜਾਂ, ਦਰਿਆਵਾਂ, ਦਰਖਤਾਂ ਦੇ ਨਾਲੋਂ ਕਿਤੇ ਜ਼ਿਆਦਾ ਉੱਚਾ ਹੁਕਮ ਹੈ। ਹੁਕਮ ਦੇ ਵਿੱਚ ਤਾਂ ਸਾਰਾ ਕੁਝ ਚੱਲਦਾ। ਸੰਸਾਰ 'ਚ ਕੋਈ ਵੀ ਚੀਜ਼ ਵੱਡੀ ਹੈ, ਹਰ ਇੱਕ ਚੀਜ਼ ਸੰਸਾਰੀ ਵੱਡੀ ਨਾਲੋਂ ਕਿਤੇ ਵੱਡਾ ਹੁਕਮ ਹੈ। ਜਿੰਨਾ ਚਿਰ ਸ੍ਰਿਸ਼ਟੀ ਚੱਲਣੀ ਹੈ, ਜਦੋਂ ਸ੍ਰਿਸ਼ਟੀ ਖਤਮ ਹੈ ਹੁਕਮ ਵੀ ਖਤਮ ਹੈ, ਫਿਰ ਹਾਕਮ ਹੈ। ਇਹ ਹਾਕਮ ਦੇ ਅੰਦਰ ਹੈ ਸਾਰਾ ਕੁਝ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੱਡਾ ਸਾਹਿਬ, ਸੰਸਾਰ 'ਚ ਕੋਈ ਵੱਡਾ ਨਹੀਂ ਹੈ। ਜੇ ਕੋ ਨਾਉ ਧਰਾਏ ਵੱਡਾ, ਹੁਕਮ ਕੀਏ ਮਨ ਭਾਣੇ, ਸਾਹਿਬ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਇੱਥੇ ਤੁਸੀਂ ਵੱਡਾ ਨਾਮ ਨਹੀਂ ਕਹਾ ਸਕਦੇ ਆਪਣਾ। ਇੱਥੇ ਦਾ ਜਿਹੜਾ ਆਪਣੇ ਆਪ ਨੂੰ ਨੀਵਾਂ ਲੈ ਜਾਵੇ, ਜਿੰਨਾ ਨੀਵਾਂ ਲੈ ਜਾਵੇ ਉਨਾ ਹੀ ਉਹਨੇ ਹਿਰਦੇ 'ਚ ਚਲੇ ਜਾਣਾ। ਜਿੰਨਾ ਬੀਜ ਡੂੰਘਾ ਹੋਊਗਾ ਉਨੀ ਉਹ ਜੜ ਵੀ ਡੂੰਘੀ ਹੋਊਗੀ। ਜਿੰਨਾ ਬੀਜ ਉੱਤੇ ਬੀਜਿਆ ਜਾਊਗਾ ਉਹਦੀ ਜੜ ਵੀ ਉੱਤੇ ਹੀ ਹੁੰਦੀ ਹੈ। ਇਸੇ ਕਰਕੇ ਗੁਰਮੁਖਾਂ ਦੇ ਬੋਲਾਂ ਦੀ ਜੜ ਬੜੀ ਡੂੰਘੀ ਹੈ, ਬੜੀ ਪੱਕੀ ਜੜ ਹੈ ਸੱਚ ਦੀ। ਸੱਚ ਖਤਮ ਨਹੀਂ ਹੁੰਦਾ। ਜਿਹੜੀ ਝੂਠ ਹੁੰਦੀ ਉਹਦੀ ਜੜ ਉੱਤੇ ਹੁੰਦੀ ਹੈ, ਮਾੜੀ ਜਿਹੀ ਹਨੇਰੀ ਆਈ ਪੁੱਟ ਪੁੱਟ ਜਾਂਦਾ ਹੈ। ਸੋ ਉੱਚੇ ਉੱਪਰ ਉੱਚਾ ਨਾ ਹੋ। ਸਭ ਤੋਂ ਸ੍ਰੇਸ਼ਟ ਹੈ ਉਹਦਾ ਹੁਕਮ। ਉਹਦੇ ਹੁਕਮ ਵਿੱਚ ਰਹਿਣਾ ਹੀ ਜੀਵਨ ਸਫਲ ਕਰਨਾ। ਹੇ ਮੇਰੇ ਮਨਾ, ਇਹ ਤੇਰੀ ਵਾਰੀ ਹੈ। ਜੇ ਤੂੰ ਹੁਕਮ ਨੂੰ ਸਮਝ ਲਵੇਂ, ਵਿਚਾਰ ਲਵੇਂ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ ਲਵੇਂ, ਤਾਂ ਤੂੰ ਵੀ ਉਸ ਉੱਚੇ ਹੁਕਮ ਦੀ ਸ਼ਰਨ ਵਿੱਚ ਰਹਿ ਕੇ ਸਦਾ ਲਈ ਆਪਣੇ ਨਿੱਜ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।